जहाँ कतरे को तरसाया गया वहीं डूबा हुआ पाया गया। हफीज़ अहले जहाँ कहाँ मानता था बड़ी मुश्किल से मनवाया गया। ਆਪਣੇ ਆਪ ਨੂੰ ਜ਼ਿੰਦਗੀ ਦੀ ਪੱਠੀ ਵਿੱਚ ਝੋਂਕਣਾ ਪੈਂਦਾ ਹੈ, ਆਪਣੇ ਆਪ ਨੂੰ ਜ਼ਿੰਦਗੀ ਦੀ ਪੱਠੀ ਵਿੱਚ ਗਾਲਣਾ ਪੈਂਦਾ ਹੈ, ਫਿਰ ਜਾ ਕੇ ਜ਼ਿੰਦਗੀ ਦੇ ਵਿੱਚ ਸ਼ੋਹਰਤ ਮਿਲਦੀ ਹੈ, ਇੱਕ ਮੁਕਾਮ ਮਿਲਦਾ ਹੈ। ਤੇ ਉਹੀ ਮੁਕਾਮ ਹਾਸਲ ਕੀਤਾ ਹੈ ਸਾਡੇ ਅੱਜ ਦੇ ਲਾਇਨ ਆਫ ਪੰਜਾਬ ਨੇ। ਸਾਡੇ ਨਾਲ ਨੇ ਮਿਸਟਰ ਸੰਜੀਵ ਮਥਾਰੂ। ਸੰਜੀਵ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਵੈਰੀ ਮੱਚ। ਮੈਨੂੰ ਵੀ ਅੱਛਾ ਲੱਗ ਰਿਹਾ ਕਿ ਮੈਨੂੰ ਫਸਟ ਟਾਈਮ ਮੈਂ ਇੰਟਰਵਿਊ ਦੇ ਰਿਹਾ। ਸਰ ਪਹਿਲੇ ਤਾਂ ਬੜਾ ਕਹਿਣਾ ਚਾਹਾਂਗਾ, ਬੜਾ ਖੂਬਸੂਰਤ ਤੁਹਾਡਾ ਆਫਿਸ ਹੈ। ਇੱਥੋਂ ਐਂ ਲੱਗਦਾ ਕਿ ਦੁਬਈ ਦੇ ਅਸੀਂ ਹੋਰ ਨੇੜੇ ਹੋ ਗਏ। ਥੈਂਕ ਯੂ ਯਾਰ, ਮੇਰਾ ਪਰਸਨਲ ਹੈਗਾ ਅਤੇ ਮੇਰੀ ਵਾਈਫ ਨੇ ਇਹਨੂੰ ਡੈਕੋਰ ਕੀਤਾ ਹੈ ਪੂਰਾ। ਅਤੇ ਮੈਂ ਸੋਚਿਆ ਅਗਰ ਪਹਿਲਾ ਆਫਿਸ ਬਣਾਵਾਂਗਾ ਤਾਂ ਇੱਕ ਅੱਛਾ ਜਿਹਾ ਆਫਿਸ ਬਣਾਵਾਂ ਤਾਂ ਕਿ ਜਦ ਵੀ ਮੇਰੀ ਕਾਰਪੋਰੇਟ ਮੀਟਿੰਗਸ ਹੁੰਦੀ ਹੈ ਅਤੇ ਉਹਦਾ ਇੱਕ ਇੰਪਰੈਸ਼ਨ ਅਲੱਗ ਹੀ ਹੁੰਦਾ ਹੈ। ਅੱਛਾ ਸਰ, ਥੋੜ੍ਹਾ ਜਿਹਾ ਪਹਿਲੇ ਅਸੀਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਬਚਪਨ ਤੋਂ। ਪੈਦਾਇਸ਼ ਹਿੰਦੁਸਤਾਨ ਵਿੱਚ, ਇੰਡੀਆ ਦੇ ਵਿੱਚ ਕਿੱਥੇ ਹੋਈ ਅਤੇ ਉਸ ਤੋਂ ਬਾਅਦ ਜਿਹੜਾ ਐਜੂਕੇਸ਼ਨ ਦਾ ਸਫ਼ਰ ਰਿਹਾ ਉਹ ਕਿਸ ਤਰ੍ਹਾਂ ਕੀ ਰਿਹਾ? ਅਤੇ ਮੇਰੇ ਪੇਰੈਂਟਸ ਦੋਨੋਂ ਪ੍ਰੀ ਇੰਡੀਪੈਂਡੈਂਸ ਪੰਜਾਬ ਜੋ ਪਾਕਿਸਤਾਨ ਹੈਗਾ ਅੱਜ, ਉੱਥੋਂ ਆਏ ਸੀ। ਮੰਮੀ ਸਿਆਲਕੋਟ, ਡੈਡ ਲਾਹੌਰ ਤੋਂ। ਅਤੇ ਦੋਨਾਂ ਦੇ ਸਾਈਡ ਦੇ ਫੈਮਿਲੀ ਦੋਨੋਂ ਐਵਰੀਬਡੀ ਕੇਮ ਟੂ ਬੰਬੇ। ਅਤੇ ਅਸੀਂ ਸਾਡੇ ਸਾਰੇ ਫੈਮਿਲੀ ਦੀ ਪਰਵਰਿਸ਼, ਜਨਮ ਉੱਥੇ ਹੀ ਹੋਇਆ। ਅਤੇ ਮੇਰਾ ਜਨਮ, ਮੇਰਾ ਐਜੂਕੇਸ਼ਨ, ਮੇਰੀ ਸਕੂਲਿੰਗ, ਮੇਰਾ ਕਾਲਜ ਆਲ ਫਰੋਮ ਬੰਬੇ। ਸੋ ਆਈ ਐਮ ਅ ਪੰਜਾਬੀ ਫਰੋਮ ਬੰਬੇ। ਪਰ ਪੰਜਾਬ ਨਾਲ ਜਿਹੜਾ ਜੁੜਨਾ ਸੀ ਜਾਂ ਪੰਜਾਬੀਅਤ ਨਾਲ ਜੁੜੇ ਰਹਿਣਾ, ਉਹ ਕੋਈ ਕੁਝ ਇੰਸੀਡੈਂਟਸ ਯਾਦ ਹੈ? ਕਦੋਂ ਪੰਜਾਬ ਜਾਣਾ ਹੁੰਦਾ ਸੀ ਅਤੇ ਉੱਥੇ ਜਾ ਕੇ ਕੀ ਕਰਦੇ ਸੀ? ਤੁਸੀਂ ਮੰਨੋਗੇ ਨਹੀਂ, ਮੈਂ ਜਦੋਂ ਤੱਕ ਇੰਡੀਆ ਹੈਗਾ ਸੀ 23 ਸਾਲ ਮੈਂ ਇੰਡੀਆ 'ਚ ਬਿਤਾਏ ਨੇ। ਉਹ 23 ਸਾਲ ਮੈਂ ਇੱਕ ਵਾਰ ਵੀ ਪੰਜਾਬ ਨਹੀਂ ਗਿਆ। ਅੱਛਾ। ਹਾਂ, ਮੈਂ ਪੰਜਾਬ ਐਕਚੁਅਲੀ ਗਿਆ ਜਦੋਂ ਮੈਂ ਦੁਬਈ ਆਇਆ। ਦੁਬਈ ਤੋਂ ਅਸੀਂ ਹਰ ਸਾਲ ਅੰਮ੍ਰਿਤਸਰ ਜਾਂਦੇ ਹਾਂ, ਦਰਬਾਰ ਸਾਹਿਬ ਜਾਂਦੇ ਹਾਂ ਮੱਥਾ ਟੇਕਣ ਵਾਸਤੇ। ਤਾਂ ਸਾਡਾ ਜਾਣਾ ਆਉਣਾ ਪੰਜਾਬ ਦਾ ਵਧਿਆ। ਮੇਰੀ ਵਾਈਫ ਦੇ ਮੇਰੇ ਜੋ ਇਨਲॉज ਹੈਗੇ ਨੇ, ਵਾਈਫ ਦੇ ਜੋ ਪੇਰੈਂਟਸ ਨੇ, ਉਹਨਾਂ ਦਾ ਮਕਾਨ ਹੈਗਾ ਚੰਡੀਗੜ੍ਹ, ਅਤੇ ਉੱਥੇ ਆਉਣਾ ਜਾਣਾ ਰਿਹਾ। ਅਤੇ ਅਦਰਵਾਈਜ਼ ਮੈਂ ਪੰਜਾਬ ਪੂਰਾ ਟਾਈਮ ਜਦੋਂ ਮੈਂ ਹੈਗਾ ਸੀ ਇੰਡੀਆ 'ਚ, ਇੱਕ ਵਾਰ ਵੀ ਪੰਜਾਬ ਨਹੀਂ ਗਿਆ। ਬਟ ਆਫਕੋਰਸ ਆਵਰ ਰੂਟਸ, ਮਾਈ ਹਾਰਟ, ਮਾਈ ਬਲੱਡ ਇਜ਼ ਆਲ ਪੰਜਾਬੀ। ਅਤੇ ਅਸੀਂ ਘਰ ਵੀ ਇੱਕਦਮ ਠੇਠ ਪੰਜਾਬੀ ਬੋਲਦੇ ਸੀ। ਹਾਂ, ਠੇਠ ਪੰਜਾਬੀ। ਵੀ ਡੋਂਟ ਸਪੀਕ ਇੰਗਲਿਸ਼, ਵੀ ਡੋਂਟ ਸਪੀਕ ਹਿੰਦੀ। ਅਤੇ ਮੰਮੀ ਡੈਡੀ ਦੇ ਨਾਲ ਭਰਾ, ਮੇਰੀ ਸਿਸਟਰ, ਅਸੀਂ ਸਾਰੇ ਠੇਠ ਪੰਜਾਬੀ ਬੋਲਦੇ ਹਾਂ। ਅਤੇ ਅੱਛਾ ਲੱਗਦਾ ਸਾਨੂੰ, ਐਂਡ ਵੀ ਫੀਲ ਪ੍ਰਾਊਡ ਆਫ ਬੀਇੰਗ ਪੰਜਾਬੀ। ਉੱਥੋਂ ਜਦੋਂ ਪਾਕਿਸਤਾਨ ਤੋਂ ਉਹ, ਕਿਉਂਕਿ ਉਸ ਵਕਤ ਦੇ ਹਾਲਾਤ ਜੋ ਸੀ ਇੱਕ ਤਰ੍ਹਾਂ ਨਾਲ ਉੱਜੜ ਕੇ ਹੀ ਉੱਥੋਂ ਆ ਕੇ ਬੰਬਈ, ਤੁਸੀਂ ਕਿਹਾ ਕਿ ਉੱਥੇ ਵਸਣਾ ਹੋਇਆ। ਉਦੋਂ ਕੀ ਉੱਥੇ ਪਾਕਿਸਤਾਨ ਦੇ ਵਿੱਚ ਕੀ ਬਿਜ਼ਨਸ ਸੀ ਅਤੇ ਇੱਥੇ ਆ ਕੇ ਫਿਰ ਕੀ ਬਿਜ਼ਨਸ? ਵੈਲ, ਮੇਰੇ ਡੈਡ ਤਾਂ ਇੰਜੀਨੀਅਰ ਹੈਗੇ ਸੀ ਅਤੇ ਉਹਨਾਂ ਨੇ ਆਪਣੀ ਮਕੈਨੀਕਲ ਇੰਜੀਨੀਅਰਿੰਗ ਪਰਸਿਊ ਕੀਤੀ ਬੰਬੇ ਆਉਣ ਤੋਂ ਬਾਅਦ। ਜੋ ਮੇਰੀ ਮਦਰ ਦੇ ਸਾਈਡ ਹੈਗੇ ਸੀ, ਉਹਨਾਂ 'ਤੇ ਜ਼ਮੀਨਦਾਰ ਸੀ, ਉਹਨਾਂ ਦੀ ਬੜੀ ਖੇਤੀਬਾੜੀ ਸੀ, ਬੜਾ ਕਾਫੀ ਕੁਝ ਵੇਅਰ ਹਾਊਸਿਸ ਹੈਗੇ ਸੀ, ਗੋਡਾਊਨ ਹੈਗੇ ਸੀ, ਉੱਥੇ ਸਭ ਖਤਮ ਹੋ ਗਿਆ। ਅਤੇ ਮੰਮੀ ਤੇ ਆ ਕੇ 1948 ਮਾਈ ਪੇਰੈਂਟਸ ਗੋਟ ਮੈਰਿਡ, ਮਾਈ ਮਦਰ ਬਿਕੇਮ ਅ ਹਾਊਸ ਵਾਈਫ, ਮੇਰੇ ਡੈਡ ਪਰਸਿਊਡ ਹਿਜ਼ ਕਰੀਅਰ ਇਨ ਇੰਜੀਨੀਅਰਿੰਗ। ਅਤੇ ਉੱਥੇ ਫਿਰ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਰਹੀ ਅਤੇ ਤੁਸੀਂ ਜਿਹੜੀ ਸ਼ੁਰੂਆਤ ਹੈ ਉਹ ਕਿਸ ਤਰ੍ਹਾਂ ਕੀਤੀ? ਵੈਲ, ਮੈਂ ਤਾਂ BCom ਗ੍ਰੈਜੂਏਟ ਹੈਗਾ। ਗ੍ਰੈਜੂਏਸ਼ਨ ਪਾਸ ਕੀਤੀ ਅਤੇ ਮੈਨੂੰ ਪਤਾ ਨਹੀਂ ਮੈਂ ਲਾਈਫ ਵਿੱਚ ਕੀ ਕਰਨਾ, ਟੂ ਬੀ ਓਨੈਸਟ ਵਿਦ ਯੂ। ਅਤੇ ਮੈਨੂੰ ਇੱਕ ਗੱਲ ਪਤਾ ਸੀ ਕਿ ਮੈਨੂੰ ਇੰਡੀਆ ਤੋਂ ਬਾਹਰ ਜਾਣਾ ਹੈ, ਕਿਉਂਕਿ ਮੈਂ ਇੱਕ ਬੁੱਕ ਸ਼ਾਪ ਵਿੱਚ ਕੰਮ ਕਰਦਾ ਸੀ ਅਤੇ ਬੜੇ ਇੰਡੀਅਨ ਫੋਰਨਰਸ ਆਉਂਦੇ ਸੀ। ਅਤੇ ਆਈ ਵਾਜ਼ ਇੰਸਪਾਇਰਡ ਬਾਏ ਦੋਜ਼ NRIs। ਅਤੇ ਮੈਂ ਮਨ ਬਣਾ ਲਿਆ ਸੀ ਕਿ ਮੈਂ ਇੰਡੀਆ ਨਹੀਂ ਕੰਮ ਕਰਾਂਗਾ, ਮੈਨੂੰ ਬਾਹਰ ਹੀ ਜਾਣਾ। ਅਤੇ ਮੇਰੇ ਕਾਲਜ ਦੇ ਜਿੰਨੇ ਮੇਰੇ ਲਾਈਫ ਲੌਂਗ ਫਰੈਂਡਸ ਹੈਗੇ ਨੇ, ਸਾਰੇ ਕੋਈ ਕੰਪਿਊਟਰ ਕਰੇ, ਕੋਈ ਆਪਣੇ ਫੈਮਿਲੀ ਬਿਜ਼ਨਸ 'ਚ ਜਾਏ, ਕੋਈ ਚਾਰਟਰਡ ਅਕਾਊਂਟੈਂਟ ਬਣੇ, ਕੋਈ ਮੈਨੇਜਮੈਂਟ ਪੜ੍ਹਾਈ ਕਰੇ। ਅਤੇ ਮੈਂ ਇੱਕ ਛੋਟੀ ਜਿਹੀ 400 ਸਕੁਆਇਰ ਫੀਟ ਬੁੱਕ ਸ਼ਾਪ ਵਿੱਚ ਕੰਮ ਕਰਦਾ ਸੀ। ਸਾਰੇ ਮੇਰੇ ਦੋਸਤ ਆ ਕੇ ਬੋਲਦੇ ਸੀ, ਯਾਰ ਤੇਰੀ ਲਾਈਫ ਵਿੱਚ ਡਾਇਰੈਕਸ਼ਨ ਕੀ ਹੈ, ਤੂੰ ਕਰਨਾ ਕੀ ਚਾਹੁੰਦਾ ਹੈ, ਇਹ ਬੁੱਕ ਸ਼ਾਪ ਵਿੱਚ ਬੈਠ ਕੇ ਤੂੰ ਕੀ ਕਰੇਂਗਾ? ਲੇਕਿਨ ਮੇਰੇ ਦਿਲ ਵਿੱਚ ਮੈਨੂੰ ਯਕੀਨ ਸੀ ਆਪਣੇ ਆਪ 'ਤੇ ਕਿ ਮੈਂ ਬਾਹਰ ਜਾਣਾ ਹੈ। ਅਤੇ ਮੈਨੂੰ ਨੌਕਰੀ ਮਿਲੀ ਅਤੇ ਫਿਰ ਮੈਂ ਨੌਕਰੀ ਲੈ ਕੇ ਬਾਹਰੇਨ ਗਿਆ ਪਹਿਲੀ ਵਾਰ। ਉਸ ਤੋਂ ਬਾਅਦ ਮੈਂ ਮੁੜ ਕੇ ਫਿਰ ਇੰਡੀਆ ਆਇਆ ਨਹੀਂ। ਅਤੇ ਉਸ ਬੁੱਕ ਸ਼ਾਪ ਦੇ ਵਿੱਚ ਜਾਂ ਉਸ ਦੌਰਾਨ ਕੀਤੀਆਂ ਉਹ ਬੇਸਿਕਲੀ ਕੰਮ ਜਿਹੜਾ ਸੀ ਉਹ ਪਾਕਟ ਮਨੀ ਵਾਸਤੇ ਹੁੰਦਾ ਸੀ? ਹਾਂ, ਜਾਂ ਪਾਕਟ ਮਨੀ। ਇੱਕ ਤਰ੍ਹਾਂ ਨਾਲ ਆਪਣੇ ਅੰਦਰ ਇੱਕ ਕੌਨਫੀਡੈਂਸ ਪੈਦਾ ਕਰਨਾ ਕਿ ਅੱਜ ਨੌਕਰੀ ਕਰ ਰਹੇ, ਕੱਲ੍ਹ ਹੋ ਸਕਦਾ ਕਈਆਂ ਨੂੰ ਨੌਕਰੀ ਦੇਵਾਂ। ਉਹ ਤਾਂ ਹਮੇਸ਼ਾ ਹੈਗਾ ਸੀ ਮੇਰੇ ਲਾਈਫ ਵਿੱਚ ਕਿ ਮੈਂ ਵੱਡਾ ਬਣਨਾ ਚਾਹੁੰਦਾ ਸੀ। ਉਹ ਤਾਂ ਮੇਰੀ ਮਾਈਂਡ ਵਿੱਚ ਪੱਕਾ ਸੀ ਕਿ ਮੈਂ ਮਿਹਨਤ ਕਰਾਂਗਾ। ਲੇਕਿਨ ਤੁਸੀਂ ਮੰਨੋਗੇ ਨਹੀਂ, ਮੈਂ 10th ਸਟੈਂਡਰਡ ਤੋਂ ਨੌਕਰੀ ਕਰਨਾ ਸ਼ੁਰੂ ਕੀਤੀ ਹੈ। ਹਾਂ, 10th ਸਟੈਂਡਰਡ ਦੇ ਵੈਕੇਸ਼ਨ 3 ਦਿਨ ਮੈਂ ਇੱਕ ਪੈਟਰੋਲ ਪੰਪ 'ਤੇ ਕੰਮ ਕੀਤਾ ਹੈ।
ਫਿਰ ਹਰ ਸਾਲ ਮੇਰੀ ਕਾਲਜ ਦੀ ਛੁੱਟੀ ਹੁੰਦੀ ਸੀ ਫਰੋਮ FIJC ਟਿਲ ਮਾਈ BCom ਐਵਰੀ ਈਅਰ ਆਈ ਯੂਜ਼ਡ ਟੂ ਵਰਕ that 2 ਮਹੀਨੇ ਦੀ ਛੁੱਟੀਆਂ ਹੁੰਦੀ ਸੀ ਸਮਰ ਵੈਕੇਸ਼ਨ ਆਈ ਯੂਜ਼ਡ ਟੂ ਵਰਕ ਆਈ ਵਰਕ ਫॉर ਪੈਪਸੀ ਸੌਰੀ ਥਮਸ ਅਪ ਹੁੰਦਾ ਸੀ ਤਾਂ ਫਿਰ ਮੈਂ ਕੰਮ ਕੀਤਾ ਹੈ VIP ਲਗੇਜ ਵਾਸਤੇ ਹਰ ਸਾਲ ਮੈਂ ਕੰਮ ਕੀਤਾ ਹੈ ਗੋਡਫਰੀ ਫਿਲਿਪਸ ਵਿੱਚ ਕੰਮ ਕੀਤਾ ਹੈ ਬੰਬੇ ਦੀ ਸਿਗਰਟ ਫੈਕਟਰੀ 'ਚ ਤੇ ਮੈਂ ਕੋਈ ਵੀ ਵੈਕੇਸ਼ਨ ਵੇਲਾ ਨਹੀਂ ਬੈਠਿਆ ਸੀ ਤੇ ਉਹ ਬਚਪਨ ਤੋਂ ਮੈਨੂੰ ਅੱਛਾ ਲੱਗਦਾ ਸੀ ਕਿ ਮੈਂ ਬਚਪਨ ਤੋਂ ਕਮਾਉਣਾ ਸ਼ੁਰੂ ਕੀਤਾ ਹੈ ਉਹ ਪੈਸੇ ਦੀ ਮੈਨੂੰ ਵੈਲਿਊ ਪਤਾ ਸੀ ਉਹਦੀ ਅਹਿਮੀਅਤ ਪਤਾ ਸੀ ਤੇ ਜੇ ਕਹੀਏ ਕਿ ਉਦੋਂ ਉਸ ਪੈਸੇ ਨੂੰ ਯੂਜ਼ ਕਿਸ ਤਰ੍ਹਾਂ ਕਰਦੇ ਸੀ ਕਿ ਕੁਝ ਖਰੀਦਦੇ ਸੀ ਜਾਂ ਜੋੜਦੇ ਕਾਲਜ ਦਾ ਪਾਕਟ ਮਨੀ ਸੀ ਮੇਰਾ ਮਾਈ ਫਾਦਰ ਪਾਸਡ ਅਵੇ ਵੈਨ ਆਈ ਵਾਜ਼ ਇਨ ਸਕੂਲ ਇਨ 10th ਸਟੈਂਡਰਡ 1983 ਉਸ ਤੋਂ ਬਾਅਦ ਮੇਰੇ ਵੱਡੇ ਬ੍ਰਦਰ ਨੇ ਸਾਡੀ ਫੈਮਿਲੀ ਨੂੰ ਸੰਭਾਲਿਆ ਉਹਨੇ ਸਾਡਾ ਧਿਆਨ ਰੱਖਿਆ ਤੇ ਮਨਜੀਤ ਹੂ ਲਿਵਸ ਇਨ ਬੰਬੇ ਟੁਡੇ ਉਹਨੇ ਸਾਡੇ ਫੈਮਿਲੀ ਨੂੰ ਬਹੁਤ ਜੋੜ ਕੇ ਰੱਖਿਆ ਉਹਨੇ ਤੇ ਉਹ ਮੇਰੀ ਕਾਲਜ ਦੀ ਫੀਸ ਭਰਦਾ ਸੀ ਲੇਕਿਨ ਪਾਕਟ ਮਨੀ ਮੈਂ ਆਪਣੇ ਜੋ ਹੌਲੀਡੇ 'ਚ ਕੰਮ ਕਰਦਾ ਸੀ ਆਈ ਯੂਜ਼ਡ ਟੂ ਯੂਜ਼ ਦੈਟ ਰੱਬ ਨੇ ਸਾਨੂੰ ਮੂੰਹ ਇੱਕ ਦਿੱਤਾ ਤੇ ਕੰਨ 2 ਦਿੱਤੇ ਨੇ ਉਹ ਕਹਿੰਦਾ ਬੋਲੋ ਘੱਟ ਤੇ ਸੁਣੋ ਜ਼ਿਆਦਾ ਕਿਉਂਕਿ ਤੁਸੀਂ ਸੁਣੋਗੇ ਤਾਂ ਤੁਸੀਂ ਗ੍ਰਾਸਪ ਕਰੋਗੇ ਉਸ ਦੌਰਾਨ ਦੀਆਂ ਕੋਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਅੱਜ ਤੁਹਾਨੂੰ ਲੱਗਦਾ ਹੈ ਕਿ ਹੁਣ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਂਦੀਆਂ ਤੇ ਇੱਕ ਪਾਰਟਿਕੂਲਰ ਇਨਸੀਡੈਂਟ ਮੈਨੂੰ ਯਾਦ ਹੈਗਾ ਤੇ ਮੈਂ VIP ਲਗੇਜ ਵਿੱਚ ਜੁਆਇਨ ਕੀਤਾ ਸੀ ਤੇ ਇੱਕ ਛੋਟੇ ਜਿਹੇ ਸਾਨੂੰ ਇੱਕ ਹਾਲ ਵਿੱਚ ਸਾਨੂੰ ਟ੍ਰੇਨਿੰਗ ਮਿਲ ਰਹੀ ਸੀ ਤੇ ਵੀਕਐਂਡ ਦਾ ਟਾਈਮ ਸੀ ਤੇ ਇੱਕ ਮੈਂ ਮਤਲਬ ਮੈਨੂੰ ਆਈ ਆਲਵੇਜ਼ ਵਾਂਟਡ ਟੂ ਬੀ ਦ ਬੈਸਟ for me there is no second and no third either you're the best or you're among the rest or you're the common yeah I don't want to be ਤੇ ਇੱਕ ਈਵਨਿੰਗ ਵਿੱਚ ਮੈਂ ਇੰਨਾ ਮਤਲਬ ਨਸੋ ਭੱਜੀ ਕਰ ਰਿਹਾ ਸੀ ਕੰਮ ਕਰ ਰਿਹਾ ਸੀ ਤੇ ਇੱਕ ਵੱਡਾ ਬਜ਼ੁਰਗ ਆਦਮੀ ਆਇਆ ਮੇਰੇ ਕੋਲ ਹੀ ਮਸਟ ਬੀ ਅਬਾਊਟ 78 ਈਅਰ ਓਲਡ ਉਹ ਆ ਕੇ ਮੇਰੇ ਵਾਸਤੇ ਕੁਝ ਸਨੈਕ ਲੈ ਕੇ ਆਇਆ ਬਾਹਰੋਂ ਦੀ ਤੇ ਬੋਲਦਾ ਬੇਟਾ ਤੂੰ ਇਹ ਖਾ ਬੋਲਦਾ ਮੈਂ ਤੈਨੂੰ 1 ਘੰਟੇ ਤੋਂ ਮੈਂ ਓਬਜ਼ਰਵ ਕਰ ਰਿਹਾ ਮੇਰੀ ਫੈਮਿਲੀ ਇੱਥੇ ਸ਼ਾਪਿੰਗ ਕਰ ਰਹੀ ਹੈ ਔਰ ਤੂੰ ਨਸੋ ਭੱਜੀ ਕਰ ਰਿਹਾ ਤੂੰ ਇੰਨਾ ਮਤਲਬ ਡੈਡੀਕੇਸ਼ਨ ਨਾਲ ਕੰਮ ਕਰ ਰਿਹਾ ਆਈ ਐਮ ਹਾਈਲੀ ਇੰਪ੍ਰੈਸਡ ਵਿਦ ਯੂ ਤੇ ਤੂੰ ਅੱਗੇ ਲਾਈਫ ਵਿੱਚ ਬਹੁਤ ਅੱਗਾ ਵੱਡੇ ਬਣੇਗਾ ਤੂੰ ਬਿਕੋਜ਼ ਯੂ ਆਰ ਵੈਰੀ ਕਮਿਟਡ ਟੂ ਦ ਜੌਬ ਤੇ ਮੈਨੂੰ ਸੁਣ ਕੇ ਅੱਛਾ ਲੱਗ ਗਿਆ ਬਟ ਦੈਟਸ ਦ ਵੇ ਆਈ ਐਮ ਮੈਂ ਹਮੇਸ਼ਾ ਇਸ ਤਰ੍ਹਾਂ ਹੀ ਮੈਂ ਆਪਣੀ ਟੀਮ ਨੂੰ ਵੀ ਐਸਾ ਹੀ ਡਿਵੈਲਪ ਕਰ ਰਿਹਾ ਜਾਂ ਈਦਰ ਦ ਬੈਸਟ ਔਰ that's the difference between an ordinary and an extraordinary it is that little extra that little extra makes you different ਉਹ ਲਿਟਲ ਐਕਸਟਰਾ ਜਿਹੜੀ ਪੁਸ਼ ਜਿਵੇਂ ਤੁਸੀਂ ਕਿਹਾ ਕਿ ਬਹਿਰੀਨ ਆਉਣਾ ਹੋਇਆ ਕਿਹੜੀ ਨੌਕਰੀ ਦੇ ਸਿਲਸਿਲੇ 'ਚ ਉੱਥੇ ਤੁਸੀਂ ਆਏ ਸਭ ਤੋਂ ਪਹਿਲਾਂ ਮੈਨੂੰ ਅੱਛੀ ਨੌਕਰੀ ਮਿਲੀ ਬਹਰੀਨ ਵਿੱਚ when I was 23 ਮੈਂ 23 ਸਾਲ ਦਾ ਹੋ ਕੇ ਵੀ ਮੈਂ ਕਦੀ ਪਲੇਨ ਵਿੱਚ ਨਹੀਂ ਬੈਠਿਆ the first time I sat in the plane when I was leaving India for good ਮੈਂ ਬਾਹਰ ਜਾ ਰਿਹਾ ਨੌਕਰੀ ਵਾਸਤੇ ਤੇ ਮੈਂ I got a job as a salesman ਤੇ ਉੱਥੇ ਜਾ ਕੇ ਮੇਰੀ ਲਾਈਫ ਦੀ ਸ਼ੁਰੂਆਤ ਹੋਈ ਹੈ ਕਿਉਂਕਿ ਮੈਂ ਫਸਟ ਟਾਈਮ ਇਕੱਲਾ ਨਿਕਲਿਆ ਘਰੋਂ ਦੀ ਨਾ ਮੈਨੂੰ ਕੁਝ ਪਤਾ ਹੈ ਦੁਨੀਆ ਬਾਰੇ ਚ ਕੁਝ ਨਹੀਂ ਪਤਾ ਨਾ ਮੈਨੂੰ ਆਪਣਾ ਕੌਣ ਹੈਗਾ ਬੇਗਾਨਾ ਕੌਣ ਹੈਗਾ ਆਈ ਨਿਊ ਨਥਿੰਗ everything was a lesson every fall of mine was a lesson that next time I will not fall I have to be careful but ਉਹ ਮੈਨੂੰ ਮੇਰੀ ਲਾਈਫ ਵਿੱਚ ਮੈਨੂੰ ਇੰਨਾ ਕੌਨਫੀਡੈਂਸ ਆਪਣੇ ਆਪ ਤੇ ਆਇਆ ਮਤਲਬ ਮੇਰਾ ਜੋ ਸੈਲਫ ਕੌਨਫੀਡੈਂਸ ਹੈਗਾ ਇਟ ਵਾਸ ਬੂਸਟਡ ਐਂਡ ਇਨ ਦ ਸਟੋਰ ਵੈਨ ਆਈ ਵਾਸ ਵਰਕਿੰਗ ਆਈ ਵਾਸ ਦ ਬੈਸਟ ਬਾਹਰੀਨੀ ਕਸਟਮਰਸ ਆਉਂਦੇ ਸੀ ਪੁੱਛਦੇ ਸੀ ਇਜ਼ ਸੰਜੀਵ ਦੇਅਰ ਟੁਡੇ ਉਹ ਬੋਲਦੇ ਸੀ ਨੋ ਸੰਜੀਵ ਇਜ਼ ਨਾਟ ਟੁਡੇ ਸੰਜੀਵ ਇਜ਼ ਡੇ ਆਫ ਓਕੇ ਦੈਨ ਆਈ ਵਿਲ ਕਮ ਬੈਕ ਟੁਮਾਰੋ ਉਹ ਬੋਲਦੇ ਸੀ ਨੋ ਮੈਡਮ ਆਈ ਕੈਨ ਹੈਲਪ ਯੂ ਬੋਲਦੇ ਨਹੀਂ ਨੋ ਸੰਜੀਵ ਨੋ ਸ਼ਾਪਿੰਗ that is a reputation I had built for myself but that is because of dedication hard work self belief conviction ਆਪਣੇ ਆਪ ਤੇ ਭਰੋਸਾ ਉਹ ਕਦੀ ਵੀ ਕਿਸੇ ਨੂੰ ਅਗਰ ਇਨਸਾਨ ਵਿੱਚ ਅਗਰ ਉਹ ਹੋਏਗਾ he can never fail ਤੇ ਉਸ ਤੋਂ ਬਾਅਦ ਬਹਿਰੀਨ ਦੇ ਵਿੱਚ ਜਿਵੇਂ ਤੁਸੀਂ ਕਿਹਾ ਐਜ਼ ਅ ਸੇਲਸ ਰਿਪਰੈਜ਼ੈਂਟੇਟਿਵ ਤੇ ਉੱਥੋਂ ਫਿਰ ਅੱਗੇ ਦਾ ਸਫ਼ਰ ਜਿਹੜਾ ਸੀ ਉਹ ਕਿਵੇਂ ਤੁਰਿਆ ਬਿਕੋਜ਼ ਆਈ ਵਾਸ ਸੋ ਗੁੱਡ ਔਨ ਦ ਫਲੋਰ ਤੇ ਜੋ ਬਾਇਰ ਹੈਗਾ ਸੀ ਉਹਨੇ ਮੈਨੂੰ ਚੁੱਕਿਆ ਹੀ ਵਾਜ਼ ਅ ਫਿਲੀਪੀਨੋ ਮਿਸਟਰ ਜੈਰੀ ਰਾਮੋਸ ਮੇਰੇ ਗੁਰੂ ਉਹਨਾਂ ਨੇ ਮੈਨੂੰ ਬੋਲਿਆ ਕਿ ਤੂੰ ਮੇਰੇ ਨਾਲ ਆਏਂਗਾ ਬਾਇੰਗ ਵਾਸਤੇ ਬਾਇੰਗ ਮਤਲਬ ਟਰੈਵਲ ਮੈਂ ਦੁਨੀਆ ਦੇਖਾਂਗਾ ਮੈਂ ਫਟਾਕ ਨਾਲ ਓਪਰਚੁਨਿਟੀ ਫੜ ਲਈ ਮੈਂ ਕਿਹਾ ਯੈਸ ਆਈ ਵੁੱਡ ਲਾਈਕ ਟੂ ਫਿਰ ਉੱਥੋਂ ਮੈਂ ਸੇਲਸਮੈਨ ਤੋਂ ਮੈਂ ਬਾਇੰਗ ਵਿੱਚ ਆਇਆ ਤੇ ਹਰ 3 ਮਹੀਨੇ 'ਚ ਸਾਡਾ ਟਰੈਵਲ ਹੁੰਦਾ ਸੀ ਆਈ ਸਟਾਰਟਡ ਟਰੈਵਲਿੰਗ ਟੂ ਦ ਫਾਰ ਈਸਟ ਟੂ ਡਿਫਰੈਂਟ ਪਾਰਟਸ ਆਫ ਦ ਵਰਲਡ ਫॉर ਬਾਇੰਗ ਮੇਰੀ ਲਾਈਫ ਉੱਥੋਂ ਚੇਂਜ ਹੋਈ ਹੈ
because my horizons started expanding. I started seeing life beyond what I could see before. ਉੱਥੋਂ ਜਾ ਕੇ ਸਭ ਕੁਝ ਚੇਂਜਸ ਆਏ ਨੇ ਮੇਰੇ 'ਚ ਆਪ 'ਚ ਇੰਨਾ ਕੌਨਫੀਡੈਂਸ ਆ ਗਿਆ, ਮਾਈ ਪਰਸਨੈਲਿਟੀ ਚੇਂਜਡ, so all that was a turning point of my life. So there is a point that see beyond the visible and listen beyond the noise. ਤੇ ਉਸ ਦੌਰਾਨ ਜਦੋਂ ਕਿਸੇ ਨੇ ਕਹਿੰਦੇ ਉਂਗਲ ਫੜ ਲਈ ਜਾਂ ਕਿਸੇ ਨੇ ਸਪੋਰਟ ਤੁਹਾਨੂੰ ਕਰਤਾ, ਉਹਨਾਂ ਨੇ ਕੰਮ ਦੇ ਬਾਰੇ ਤੇ ਤੁਸੀਂ ਉਹਨਾਂ ਤੋਂ ਸਿੱਖਿਆ, ਪਰ ਜ਼ਿੰਦਗੀ ਦੇ ਬਾਰੇ ਕਿੰਨਾ ਕੁ ਸਿੱਖਣ ਨੂੰ ਮਿਲਿਆ? ਐਕਚੁਅਲੀ ਕੀ ਹੁੰਦਾ ਨਾ, ਜਦੋਂ ਐਸਾ ਦੀ ਅਪੋਰਚੁਨਿਟੀ ਆਉਂਦੀ ਹੈ ਕਿਸੇ ਦੇ ਲਾਈਫ ਵਿੱਚ, ਤੇ ਅਪਾਰਟ ਫਰੋਮ ਦਾ ਪ੍ਰੋਫੈਸ਼ਨਲ ਡਿਵੈਲਪਮੈਂਟ ਜੋ ਹੁੰਦਾ ਹੈ, ਨਾਲੋਂ ਨਾਲ ਪਰਸਨਲ ਡਿਵੈਲਪਮੈਂਟ ਵੀ ਹੁੰਦਾ ਹੈ। ਕਾਫੀ ਕੁਝ ਅਸੀਂ ਸਿੱਖਦੇ ਹਾਂ, ਹਾਊ ਟੂ ਡਰੈਸ ਅਪ, ਕਿਹੜੇ ਕਿਸ ਤਰ੍ਹਾਂ ਡਿਫਰੈਂਟ ਮੀਟਿੰਗਸ ਹੁੰਦੀਆਂ ਲੋਕਾਂ ਦੇ ਨਾਲ। every time you have to show your personality, because you're not only representing yourself, you're representing a very big company. ਤੇ ਉਹਦੇ ਵਿੱਚ ਨਾ ਪਰਸਨਲ ਡਿਵੈਲਪਮੈਂਟ ਵੀ ਨਾਲੋਂ ਨਾਲ ਹੋ ਜਾਂਦਾ ਹੈ। ਤੁਹਾਡਾ ਬੋਲਣ ਤਰੀਕਾ ਦਾ, ਤੁਹਾਡਾ ਜੋ ਤਰੀਕਾ ਹੈਗਾ ਬੋਲਣ ਦਾ, ਲੋਕਾਂ ਦੇ ਨਾਲ ਡੀਲਿੰਗ ਕਰਨ ਵਾਸਤੇ, ਤੁਸੀਂ ਆਪਣੇ ਜੂਨੀਅਰਸ ਦੇ ਨਾਲ ਕਿਸ ਤਰ੍ਹਾਂ ਟਰੀਟ ਕਰਨਾ, ਵੱਡਿਆਂ ਨਾਲ ਕਿਸ ਤਰ੍ਹਾਂ ਟਰੀਟ ਕਰਨਾ, ਅੱਛੇ ਰੈਸਟੋਰੈਂਟ 'ਤੇ ਜਾਓ ਤਾਂ ਟੇਬਲ ਮੈਨਰਸ, ਐਟੀਕੇਟਸ, I learned all that along the way. There was no that I just learned when I was doing development of my professional life was happening, simultaneously personal ਵੀ development ਸ਼ੁਰੂ ਹੋਇਆ ਤਾਂ ਮੇਰਾ। ਇਹ ਤੇ ਹੋ ਗਿਆ ਉਹ ਨੌਕਰੀ ਦਾ ਸਿਲਸਿਲਾ, ਪਰ ਉਹ ਨੌਕਰੀ ਤੋਂ ਸ਼ਿਫਟ ਜਿਹੜਾ ਆਪਣਾ ਬਿਜ਼ਨਸ ਕਰਨਾ, ਉਹ ਕਦੋਂ ਹੋਇਆ ਜ਼ਿੰਦਗੀ ਵਿੱਚ? ਓਕੇ, ਸੋ ਮੈਂ ਇਹ ਕੰਪਨੀ ਨੂੰ ਜੁਆਇਨ ਕੀਤਾ ਸੀ ਬਹਾਰੀਨ ਵਿੱਚ, ਲੈਂਡਮਾਰਕ ਗਰੁੱਪ, ਤੇ 91 ਮੈਂ ਸਟਾਰਟ ਕੀਤਾ ਉਹਨਾਂ ਦੇ ਨਾਲ। 10 ਸਾਲ ਮੈਂ ਬਹਾਰੀਨ ਕੱਢੇ ਨੇ, 2 ਸਾਲ ਮੈਂ ਫਿਲੀਪੀਨਸ ਹੈਗਾ ਸੀ, ਬਾਕੀ 15 ਸਾਲ ਉਹਨਾਂ ਦੇ ਨਾਲ ਮੈंने ਦੁਬਈ ਕੱਢੇ। ਦੈਟ ਵਾਜ਼ ਮਾਈ ਫਰਸਟ ਐਂਡ ਓਨਲੀ ਜੌਬ। ਮੈਂ ਹੋਰ ਉਸ ਤੋਂ ਬਾਅਦ ਮੈਂ ਪ੍ਰੋਮਿਸ ਕੀਤਾ ਹੈ ਕਿ ਮੈਂ ਨੌਕਰੀ ਨਹੀਂ ਕਰਾਂਗਾ, ਕਿਉਂਕਿ ਮੈਨੂੰ ਆਪਣੇ ਆਪ ਵਿੱਚ ਇੰਨਾ ਕੌਨਫੀਡੈਂਸ ਆ ਗਿਆ ਸੀ ਕਿ ਆਈ ਵਾਂਟ ਟੂ ਬੀ ਐਨ ਐਂਟਰਪ੍ਰੇਨਰ। ਐਂਡ ਥੈਂਕਸ ਟੂ ਮਿਸਟਰ ਮਿਕੀ ਜਗਤਿਆਨੀ, ਉਹਨਾਂ ਦਾ ਨਾਂ ਲੈਣਾ ਜ਼ਰੂਰੀ ਹੈਗਾ, ਬਿਕੋਜ਼ ਇਟ ਇਜ਼ ਬਿਕੋਜ਼ ਆਫ ਦੈਟ ਮੈਨ ਆਈ ਐਮ ਹੇਅਰ ਟੂਡੇ। ਤੇ ਉਹਨਾਂ ਨੇ ਮੈਨੂੰ ਅੱਛੀ ਅਪੋਰਚੁਨਿਟੀ ਦਿੱਤੀ। I worked in that organization for 27 years. 27 ਸਾਲ ਮੈਂ ਕੰਮ ਕੀਤਾ। ਤੇ ਜਿਸ ਦਿਨ ਮੈंने resignation ਦਿੱਤਾ ਉਹਨਾਂ ਨੂੰ, मैंने ਉਹਨਾਂ ਨੂੰ ਬੋਲਿਆ, I am going out to be my own boss. I'm going to be an entrepreneur and I must thank you for that. ਤੇ ਉਹਨਾਂ ਨੂੰ ਇੰਨਾ ਅੱਛਾ ਲੱਗਿਆ ਸੁਣ ਕੇ ਕਿ in fact he encouraged me that yes, I'm very happy ਤੂੰ ਜਾ ਰਿਹਾ। Like I felt very good about it. ਉਸ ਤੋਂ ਬਾਅਦ ਤੁਸੀਂ ਜੋ ਸ਼ੁਰੂਆਤ ਕੀਤੀ into the business of garments, ਉਹ ਆਪਣੀ ਕੰਪਨੀ ਦਾ ਨਾਮ ਜਿਹੜਾ ਹੈ ਉਹ ਡਿਸਾਈਡ ਕੀਤਾ ਹੋਏਗਾ, ਕੁਝ ਉਸ ਬਾਰੇ ਵੀ ਜਾਣਨਾ ਚਾਹਾਂਗੇ। ਮੇਰੀ ਇੰਡਸਟਰੀ ਹੈਗੀ ਰੀਟੇਲ। ਰੀਟੇਲ ਇਜ਼ ਦ ਬੈਸਟ ਇੰਡਸਟਰੀ ਬਿਕੋਜ਼ ਇਟਸ ਅ ਕੈਸ਼ ਰਿਚ ਇੰਡਸਟਰੀ। ਪੀਪਲ ਕਮ ਇਨਟੂ ਯੋਰ ਸਟੋਰ, ਦੇ ਬਾਈ ਅ ਪ੍ਰੋਡਕਟ ਐਂਡ ਦੇ ਗਿਵ ਯੂ ਕੈਸ਼ ਮਨੀ। ਸੋ ਇਟਸ ਦ ਬੈਸਟ ਇੰਡਸਟਰੀ ਟੂ ਬੀ ਇਨ ਐਂਡ ਦੈਟਸ ਦ ਓਨਲੀ ਵਰਕ ਆਈ ਨੋ। ਤੇ ਮੈਂ ਜਦੋਂ ਆਪਣੀ ਕੰਪਨੀ ਸਟਾਰਟ ਕੀਤੀ ਤੇ ਮੇਰਾ ਮਨ ਬੜਾ ਕਲੀਅਰ ਸੀ ਕਿ ਮੈਂ ਰੀਟੇਲ ਇੰਡਸਟਰੀ ਹੀ ਕਰਾਂਗਾ, ਕਿਉਂਕਿ ਮੈਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂ। ਤੇ ਮੈਂ ਉਸ ਵੇਲੇ ਸਟਾਰਟ ਕੀਤਾ ਤੇ ਮੈंने ਇੱਕ ਫਰੈਂਚਾਈਜ਼ ਲਿੱਤਾ ਬ੍ਰਾਂਡ ਯੂਬੀਸੋ ਫਰੋਮ ਮਲੇਸ਼ੀਆ। ਸੋ ਮੈਂ ਉਹ ਲੈ ਕੇ ਆਇਆ। ਤੇ ਹੁਣ ਐਸਾਂ ਦੇ ਜਦੋਂ ਤੁਸੀਂ ਫਰੈਂਚਾਈਜ਼ ਦੇ ਬ੍ਰਾਂਡ ਲੈ ਕੇ ਆਉਂਦੇ ਹੋ, ਤੁਸੀਂ ਫਰੈਂਚਾਈਜ਼ਰ ਨੂੰ ਐ ਨਹੀਂ ਬੋਲ ਸਕਦੇ ਕਿ ਮੈਂ ਇੱਕੋ ਕੰਟਰੀ 'ਚ ਖੋਲਾਂਗਾ, ਤੇ ਯੂ ਹੈਵ ਟੂ ਫਾਰਮ ਅ ਕਲਸਟਰ। ਸੋ ਆਈ ਟੁੱਕ the license for the 6 GCC country, which is UAE, Bahrain, Oman, Kuwait, Saudi Arabia ਤੇ ਕਤਰ। ਤੇ ਜਦੋਂ ਅਸੀਂ ਸਾਈਨ ਇਹ ਬ੍ਰਾਂਡ ਲੈ ਕੇ ਆਉਂਦੇ ਹਾਂ ਤਾਂ ਸਾਨੂੰ ਯਕੀਨ ਨਹੀਂ ਹੁੰਦਾ ਕਿ ਮੈਂ ਜਿਸ ਕੰਟਰੀ 'ਚ ਬੇਸਡ ਹੈਗਾ ਮੈਂ ਉੱਥੇ ਹੀ ਦੁਕਾਨ ਖੋਲ੍ਹਾਂ। ਤੇ ਮਾਈ ਫਰਸਟ ਸ਼ਾਪ ਵਾਜ਼ ਇਨ ਬਹਰੀਨ। ਤੋ ਹਾਂ, ਤੇ ਉਹ ਸਫ਼ਰ ਦੇ ਦੌਰਾਨ ਮੈंने ਆਪਣੀ ਕੰਪਨੀ ਬਣਾਈ UAE ਵਿੱਚ, ਬਹਰੀਨ ਵਿੱਚ, ਓਮਾਨ ਵਿੱਚ, ਕੁਵੈਤ ਵਿੱਚ। ਹੁਣ ਕਤਾਰ ਇਜ਼ ਔਨ ਦ ਵੇ। ਸੋ ਆਈ that's the way. Well, when it comes to the name, my name was very clear that I will put the initial of mine, my wife and my daughter, and I'll form. But unfortunately, that name was not available. फिर मैं मेरी कंपनी S तो आगे M लाया, M for Meher, my daughter, S for Sanjeev, B for my wife Bhupinder, and my surname Matharu. So I made it MSBM. So my logo was also based on that. ਅੱਜ ਦੀ ਤਾਰੀਖ 'ਚ ਇਸ ਕਿੱਟੀ ਦੇ ਵਿੱਚ ਮੈਂ ਕਹਾਂ ਕਿ ਕਿੰਨੇ ਬ੍ਰਾਂਡਸ ਜਿਹੜੇ ਨੇ ਉਹ ਤੁਹਾਡੇ ਨਾਲ ਐਸੋਸੀਏਟ ਹੋ ਚੁੱਕੇ ਹਨ? ਤਾਂ ਮੇਰਾ ਇੱਕ ਮਾਡਲ ਹੈਗਾ ਜੋ ਬਿਜ਼ਨਸ ਦਾ, ਵਿਚ ਇਜ਼ ਕਾਲਡ ਅ $3 ਸ਼ਾਪ, ਵਿਚ ਇਜ਼ ਵੈਲ ਪੀਪਲ ਕਮ ਇਨਟੂ ਯੋਰ ਸਟੋਰ ਐਂਡ ਆਈਟਮਸ ਆਰ ਵੈਰੀ ਯੂਟਿਲਿਟੀ ਡਰਿਵਨ।
ਤੇ ਜੋ ਵੀ ਤੁਸੀਂ ਜਾਓਗੇ ਦੁਕਾਨੇ ਤੇ ਤੁਹਾਨੂੰ ਲੱਗਦਾ ਰਹੇ ਅੱਜ ਇਹ ਮੁੱਕ ਗਿਆ, ਇੱਕ ਸਟੈਪਲਰ ਲੈ ਲਓ ਜੀ, ਅੱਛਾ ਬੱਚੇ ਨੇ ਬੁੱਕ ਮੰਗੀ ਸੀ ਇਹ ਚੁੱਕ ਲਓ, ਇਲੈਕਟ੍ਰੋਨਿਕ ਗੈਜਟ ਚੱਲਦਾ ਹੈ, ਬੈਟਰੀਜ਼ ਚੱਲਦੀਆਂ ਨੇ, ਤੇ ਛੋਟੇ ਛੋਟੇ ਇਟਸ ਆਲ ਨਿਕਨੈਕਸ ਐਂਡ ਜੈਪਨੀਜ਼ ਆਰ ਦ ਪਾਇਨੀਅਰਸ ਇਨ ਦਿਸ। ਤੇ ਮੈਂ ਉਹਨਾਂ ਦੇ ਆਈ ਵਾਸ ਵੈਰੀ ਇੰਸਪਾਇਰਡ ਬਾਈ ਦ ਵੇ ਦੇ ਡਿਡ ਵੈਲਿਊ ਰੀਟੇਲਿੰਗ। ਤੇ ਮੈਂ ਉਹਦੇ ਮੇਰੇ ਉਸ ਫਾਰਮੈਟ ਦੇ ਮੇਰੇ ਕੋਲ 3 ਬ੍ਰਾਂਡ ਨੇ, ਵਨ ਇਜ਼ ਯੂਬੀਸੋ, ਵਨ ਇਜ਼ ਮੇਵਿਕ, ਵਨ ਇਜ਼ ਲੈਟਲਿਵ। ਫਿਰ ਨਾਲੋਂ ਨਾਲ ਮੈਨੂੰ ਲੱਗਿਆ ਕਿ ਮੇਰਾ ਸਟਰੈਂਥ ਹੈਗਾ ਗਾਰਮੈਂਟਸ, ਤੇ ਮੈंने ਉਹ ਇੰਪੋਰਟ ਕਰਨਾ ਸ਼ੁਰੂ ਕੀਤਾ, ਤੇ ਉਹ ਇੰਪੋਰਟ ਕਰਕੇ ਮੈंने ਆਨਲਾਈਨ ਵਿੱਚ ਸ਼ੁਰੂ ਕੀਤਾ ਬਿਜ਼ਨਸ, ਤੇ ਉਹ ਵੀ ਹੈਗਾ। ਤੇ ਨਾ ਹੁਣ ਮੈਂ ਆਨਲਾਈਨ ਦੇ ਬਾਵਜੂਦ ਮੈਂ ਜੋ ਮੇਰਾ ਬਿਜ਼ਨਸ ਆਨਲਾਈਨ ਵਿੱਚ ਹੈਗਾ ਉਹ ਮੈਂ ਬ੍ਰਿਕ ਐਂਡ ਮੋਟਰ ਸਟੋਰ ਖੋਲ੍ਹਣਾ ਚਾਹੁੰਦਾ, ਸਪੈਸ਼ਲਿਟੀ ਸਟੋਰਸ। ਤੇ ਹੁਣ ਜਿਵੇਂ ਅੱਗੇ ਦਾ ਪਲਾਨ ਕੁਝ ਇਹ ਵੀ ਹੈ ਕਿ ਆਪਣਾ ਵੀ ਇੱਕ ਬ੍ਰਾਂਡ ਜਿਹੜਾ ਲਾਂਚ ਭਾਵੇਂ ਉਹ ਗਾਰਮੈਂਟਸ ਦੇ ਵਿੱਚ ਹੋਵੇ ਜਾਂ ਉਹ ਕਰਨ ਦਾ? ਨਹੀਂ, ਉਹ ਤੇ ਹੈਗਾ ਇੱਕ ਚਿਲਡਰਨ ਦਾ ਬ੍ਰਾਂਡ ਮੇਰਾ ਆਪਦਾ ਹੈਗਾ, ਤੇ ਮੇਰਾ ਲੇਡੀਜ਼ ਦਾ ਲੌਂਜਰੀ ਆਪਦਾ ਹੈਗਾ, ਮੇਰਾ ਆਪਣਾ ਇੱਕ ਹੋਮ ਬ੍ਰਾਂਡ ਹੈਗਾ, ਮੇਰਾ ਐਕਸੈਸਰੀਜ਼ ਦਾ ਬ੍ਰਾਂਡ ਨੇ। ਤੇ ਹੁਣ ਅਗਲੇ ਹਫਤੇ ਮੈਂ ਇੰਡੀਆ ਜਾ ਰਿਹਾ, ਆਈ ਐਮ ਗੋਇੰ ਟੂ ਸਟਾਰਟ ਲੇਡੀਜ਼ ਵੇਅਰ ਤੇ ਮੈਨਸ ਵੇਅਰ ਫੈਸ਼ਨ, ਆਪਣਾ ਖੁਦ ਦਾ ਬ੍ਰਾਂਡ। ਤੇ ਇੱਕ ਦਿਨ ਇਸ ਤਰ੍ਹਾਂ ਆਏਗਾ ਕਿ ਮੇਰੇ ਬ੍ਰਾਂਡਸ ਦੇ ਆਨਲਾਈਨ ਪ੍ਰੈਜ਼ੈਂਸ ਹੋਏਗੀ, ਆਪਣਾ ਸਟੋਰ ਹੋਏਗਾ, ਇਸ ਤੋਂ ਬਾਅਦ ਮੈਂ ਇਹਨੂੰ ਐਕਸਪੋਰਟ ਕਰਾਂਗਾ। I will not only confine myself to the Middle East. My target is East Europe and my target is Africa. ਇਹ 2 ਵੱਡੀ ਮਾਰਕੀਟਸ ਹੈਗੀਆਂ ਨੇ ਜਿੱਥੇ ਮੇਰਾ ਲੱਗਦਾ ਹੈ ਮੈਨੂੰ ਕਿ these are the virgin markets for retail. ਜਿਵੇਂ ਤੁਸੀਂ ਬਿਜ਼ਨਸ ਨੂੰ ਟਾਈਮ ਡਿਵੋਟ ਕਰਦੇ ਹੋ ਉਵੇਂ ਕਿ ਪਰਿਵਾਰ ਦੇ ਵਿੱਚ ਟਾਈਮ ਮਿਲ ਪਾਉਂਦਾ ਕਿਉਂਕਿ ਇੰਨਾ ਸ਼ਡਿਊਲ ਬਿਜ਼ੀ ਰਹਿੰਦਾ? ਮੈਂ ਟਰਾਈ ਕਰਨਾ ਆਫ ਲੇਟਲੀ ਤੇ ਬੜਾ ਹੈਕਟਿਕ ਹੋ ਗਿਆ ਮੇਰਾ ਲਾਈਫ, ਕਿਉਂਕਿ ਮੈਂ ਕਾਫੀ ਨਸੋਪੱਜੀ ਚੱਲ ਰਹੀ ਹੈ ਮੇਰੀ। डेफिनेटली वीकेंड्स इज़ फॉर द फैमिली। मैं कोशिश करना काफ़ी हद तक कि कोई मीटिंग्स या कोई अपॉइंटमेंट्स ना रखा वीकेंड थे। तो सैटरडे इज़ मॉर्निंग आई स्पेंड अ लॉट ऑफ टाइम विद माई डॉटर एंड इवनिंग्स फैमिली डिनर इज़ अ मस्ट ऑन फ्राइडे। सैटरडे वी ऑलवेज गो आउट। संडे द दिन अगर इफ़ आई एम इन टाउन मैं तो मेरी वाइफ कल्ले जाने लंच थे, सो वी गेट ओनली टाइम फॉर आवरसेल्व्स ऑन दैट डे। ਤਾਂ ਅਸੀਂ ਦੋਨੋਂ ਬੈਠ ਕੇ ਫਿਰ ਜੋ ਵੀ ਦੁੱਖ ਸੁੱਖ ਦੀ ਗੱਲਾਂ ਹੁੰਦੀਆਂ, ਘਰ ਦੀ ਗੱਲਾਂ ਹੁੰਦੀਆਂ, ਅਸੀਂ ਸ਼ੇਅਰ ਕਰਨੇ ਆ, ਬਹਿੰਦੇ ਹਾਂ। ਐਵਰੀ ਈਵਨਿੰਗ ਆਈ ਹੈਵ ਟਾਈਮ ਫॉर ਮਾਈ ਸੈਲਫ, ਇਟਸ ਕਾਲਡ ਦ ਮੀ ਟਾਈਮ। ਮੈਂ 1 ਘੰਟਾ ਆਪਣੇ ਆਪ ਨਾਲ ਬੈਠ ਕੇ ਇੱਕ ਅੱਛੀ ਜੀ ਡਰਿੰਕ ਬਣਾ ਕੇ ਮੈਂ ਬਹਿਣਾ, ਤਾਂ ਵੀ ਆ ਕੇ ਮੇਰੀ ਵਾਈਫ ਮੇਰੇ ਨਾਲ ਬੈਠਦੀ ਹੈ ਤੇ ਵੀ ਕੈਚ ਅਪ ਵਾਟ ਹੈਪਨਸ ਡਿਊਰਿੰਗ ਦ ਡੇ। ਬਟ ਡੈਫੀਨੇਟਲੀ ਇਟਸ ਗੈਟਿੰਗ ਵੈਰੀ ਵੈਰੀ ਡਿਫਿਕਲਟ ਟੂ ਡਿਵੋਟ ਮੋਰ ਟਾਈਮ ਟੂ ਦ ਫੈਮਿਲੀ, ਬਟ ਆਈ ਟਰਾਈ ਐਜ਼ ਮਚ ਐਜ਼ ਪੋਸੀਬਲ। ਕੰਮ ਤੋਂ ਇਲਾਵਾ ਵੀ ਜੇ ਕਹੀਏ ਕਿ ਜਿਵੇਂ ਤੁਸੀਂ ਕਿਹਾ ਮੀ ਟਾਈਮ, ਉਹ ਮੀ ਟਾਈਮ ਦੇ ਵਿੱਚ ਕੁਝ ਹੌਬੀ ਟਾਈਮ ਵੀ ਹੁੰਦਾ? ਹੌਬੀ ਮੈਨੂੰ ਪਿਕਚਰਾਂ ਦੇਖਣ ਦਾ ਸ਼ੌਕ ਹੈ। ਅੱਛਾ। ਆਈ ਲਵ ਵਾਚਿੰਗ ਮੂਵੀਜ਼। ਆਈ ਹੈਵ ਗੋਟ ਆਈ ਥਿੰਕ ਵਨ ਆਫ ਦ ਬੈਸਟ ਕਲੈਕਸ਼ਨ ਆਫ ਹਾਲੀਵੁੱਡ ਮੂਵੀਜ਼। ਤੇ ਯਾ ਸੋ ਔਨ ਅ ਵੀਕਐਂਡ ਆਈ ਲਾਈਕ ਟੂ ਵਾਚ ਵਨ ਮੂਵੀ ਫॉर ਮਾਈ ਸੈਲਫ। ਇੱਕ ਮੈਂ ਇਕੱਲਾ ਬੈਠ ਕੇ ਆਪਣੀ ਪਿਕਚਰ ਦੇਖਾਂਗਾ। ਬਟ ਥੋੜ੍ਹੇ ਬਹੁਤ ਫਰੈਂਡਸ ਹੈਗੇ ਨੇ, ਹੁਣ ਤਾਂ ਫਰੈਂਡਸ ਵੀ ਬਿਜ਼ਨਸ ਸਰਕਲ ਦੇ ਹੀ ਫਰੈਂਡਸ ਨੇ, ਤੇ ਉਹਨਾਂ ਦੇ ਨਾਲ ਕਦੀ ਈਵਨਿੰਗ ਆਊਟਿੰਗ ਹੋ ਜਾਂਦੀ ਹੈ, ਜਾਂ ਕੋਈ ਗੈਸਟ ਆ ਜਾਂਦਾ ਹੈ ਓਵਰਸੀਜ਼ ਤੋਂ ਸਪਲਾਇਰ, ਤੇ ਉਹਨਾਂ ਦੇ ਨਾਲ ਡਿਨਰ ਹੋ ਜਾਏ ਜਾਂ ਗੋਇੰਗ ਆਊਟ। ਅਦਰਵਾਈਜ਼ ਇਟਸ ਮੋਸਟਲੀ ਵਰਕ ਐਂਡ ਟਰੈਵਲ। ਦੇਅਰਸ ਟੂ ਮਚ ਆਫ ਟਰੈਵਲਿੰਗ ਗੋਇੰਗ ਟੂ ਹੈਪਨ। ਤੇ ਜੇ ਜਾਨਣਾ ਚਾਹਾਂ ਕਿ ਹਾਲੀਵੁੱਡ ਤੋਂ ਤੁਸੀਂ ਕੀਤਾ ਹੈ, ਹਾਲੀਵੁੱਡ ਫੇਵਰੇਟ ਕੌਣ ਹੈ? ਰੋਬਰਟ ਡੀ ਨੀਰੋ, ਦ ਵਨ ਐਂਡ ਓਨਲੀ। ਮਤਲਬ ਉਹ ਉਸ ਸਟਾਈਲ ਨੂੰ ਅਪਣਾਉਣ ਦੀ ਆਪਣੀ ਵੀ ਕੋਸ਼ਿਸ਼? ਕਦੀ ਕਦੀ ਲੱਗਦਾ ਕਿ ਹਾਂ ਯਾਰ ਮੇਰੇ ਵਿੱਚ ਵੀ ਉਹ ਸਟਾਈਲ ਆ ਗਿਆ? ਨਹੀਂ, ਆਈ ਡੋਂਟ ਥਿੰਕ ਆਈ ਐਮ ਕਲੋਜ਼ ਟੂ ਦੈਟ। ਤੇ ਹੁਣ ਜੇ ਬਹੁਤ ਸਾਰਾ, ਕਿਉਂਕਿ ਸਾਡੇ ਵਿਊਅਰਸ ਦੇ ਵਿੱਚੋਂ ਕਈ ਅਜਿਹੇ ਯੂਥ ਵੀ ਹੈ ਜੋ ਚਾਹੁੰਦਾ ਹੈ ਕਿ ਹਾਂ ਬਈ ਅਸੀਂ ਦੁਬਈ ਜਾਂ ਹੋਰ ਕਿਸੇ ਕੰਟਰੀ ਦੇ ਵਿੱਚ ਆਈਏ, ਜ਼ਿੰਦਗੀ ਦੇ ਵਿੱਚ ਕੁਝ ਹਾਸਲ ਕਰੀਏ, ਪਰ ਉਹ ਸ਼ਾਰਟਕਟ ਵੀ ਇਖਤਿਆਰ ਕਰਨਾ ਚਾਹੁੰਦੇ। ਉਹ ਕਹਿੰਦੇ ਕਿ ਜੇ ਸਾਲ ਦੇ ਵਿੱਚ ਕੁਝ ਨਹੀਂ ਹੋਇਆ ਤੇ ਬਸ ਫਿਰ ਜ਼ਿੰਦਗੀ ਖਤਮ ਹੈ, ਉਹ ਡਿਪਰੈਸ ਹੋ ਜਾਂਦਾ ਬੜੀ ਜਲਦੀ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ, ਆਪਣੇ ਦਰਸ਼ਕ ਨੂੰ, ਆਪਣੇ ਯੰਗ ਜਨਰੇਸ਼ਨ ਨੂੰ ਇੱਕ ਗੱਲ ਦੱਸਣਾ ਚਾਹੁੰਦਾ that the failure is not the opposite of success. Failure is a part of success. So that is number one. Number two, people think that I'm dreaming, मैं सोचना, मैं dreamer हैगा, मैं करांगा। Dreaming नाल नहीं होना। You have to get out of your bed. You can dream, but you have to get out of the bed और जो मेहनत करनी है। मेहनत ਦਾ ਕੋਈ substitute नहीं हैगा। ईमानदारी, मेहनत, ਉਹਦਾ ਕੋਈ substitute नहीं हैगा। ਤੇ ਉਹਦਾ ਅਗਰ ਤੁਹਾਨੂੰ ਸਕਸੈਸਫੁਲ ਬਣਨਾ ਹੈ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਤੁਸੀਂ ਕਨਵਿੰਸ ਕਰਨਾ ਹੈ ਕਿ ਇਹ ਮੈਂ ਹਾਸਲ ਕਰਨਾ ਚਾਹਨਾ ਲਾਈਫ ਵਿੱਚ।
ਤਾਂ ਹੀ ਹਾਸਲ ਕਰ ਪਾਓਗੇ, ਨਹੀਂ ਤਾਂ ਨਹੀਂ ਹੋਏਗਾ। ਬਿਲਕੁਲ, ਉਹ ਜਿਵੇਂ ਜ਼ਿੰਦਗੀ ਦੇ ਵਿੱਚ ਕਹਿੰਦੇ ਨੇ ਕਿ ਹਰ ਵਿੱਦਿਆ ਜਿਹੜੀ ਹੁੰਦੀ ਹੈ ਉਹ ਕਰਤੇ ਦੀ ਵਿੱਦਿਆ ਹੁੰਦੀ ਹੈ। ਜੇ ਤੁਸੀਂ ਨੌਲੇਜ ਹਾਸਿਲ ਕੀਤੀ ਹੈ, ਜੇ ਉਸ ਨੂੰ ਤੁਸੀਂ ਅਪਲਾਈ ਨਹੀਂ ਕੀਤਾ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ। ਜਿਵੇਂ ਸਰ ਨੇ ਕਿਹਾ, ਉਹਨਾਂ ਦੀ ਸਕਸੈਸ ਦਾ ਮੰਤਰਾ ਜਿਹੜਾ ਹੈ ਸਾਡੇ ਅੱਜ ਦੇ ਲਾਇਨ ਆਫ ਪੰਜਾਬ ਮਿਸਟਰ ਸੰਜੀਵ ਮਥਾਰੂੰਗਾ ਕਿ ਕਰੋਗੇ ਤਾਂ ਹੀ ਕੁਝ ਬਣੋਗੇ। ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ ਵੈਰੀ ਮਚ, ਥੈਂਕ ਯੂ ਫॉर ਇਨਵਾਈਟਿੰਗ ਮੀ। ਆਪਣਾ ਵਿਜ਼ਡਮ ਸਾਡੇ ਨਾਲ ਸ਼ੇਅਰ ਕਰਨ ਲਈ ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ।